प्यारे प्यारे बच्चों सारिਆਂ ਨੂੰ ਸਤਿ ਸ੍ਰੀ ਅਕਾਲ। ਬੱਚਿਓ ਆਪਾਂ ਅਭਿਆਸ ਸ਼ੀਟ 17 ਕਰ ਚੁੱਕੇ ਹੁਣ ਤੱਕ। ਮੈਨੂੰ ਲੱਗਦਾ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਈ ਹੋਣੀ ਤੇ ਤੁਸੀਂ ਅੱਛੇ ਢੰਗ ਦੇ ਨਾਲ ਸਭ ਨੇ ਕੀਤੀਆਂ ਹੋਣੀਆਂ ਹੈ ਨਾ। ਤੇ ਅੱਜ ਆਪਾਂ ਕਿਹੜੀ ਕਰਨ ਜਾ ਰਹੇ ਹਾਂ, ਅਭਿਆਸ ਸ਼ੀਟ 18। ਤੁਹਾਨੂੰ ਪਤਾ ਪਹਿਲਾਂ ਅਸੀਂ ਪਹਿਰੇ ਪੜ੍ਹਦੇ ਹਾਂ, ਪਹਿਰੇ ਪੜ੍ਹ ਕੇ ਚੰਗੀ ਤਰ੍ਹਾਂ ਪ੍ਰਸ਼ਨਾਂ ਨੂੰ ਸਮਝਦੇ ਹਾਂ, ਫਿਰ ਪ੍ਰਸ਼ਨ ਸਮਝ ਕੇ ਅਸੀਂ ਉਹਨਾਂ ਦੇ ਉੱਤਰ ਦਿੰਦੇ ਹਾਂ। ठीक है, कई बार देखो अनजाने ਦੇ ਵਿੱਚ ਮੈਥੋਂ ਵੀ ਗਲਤੀ ਹੋ ਸਕਦੀ ਹੈ, ਪਰ ਤੁਸੀਂ ਉਹ ਗਲਤੀਆਂ ਦੁਬਾਰਾ ਨਹੀਂ ਕਰਨੀਆਂ ਜੇਕਰ ਤੁਹਾਨੂੰ ਲੱਗਦਾ ਵੀ ਇੱਥੇ ਮੈਡਮ ਕੁਝ ਗਲਤ ਕਰ ਰਹੇ ਨੇ। ਠੀਕ ਹੈ, ਹੋ ਸਕਦਾ ਹੈ ਗਲਤੀਆਂ ਹੋ ਜਾਣ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਅੱਛੇ ਢੰਗ ਦੇ ਨਾਲ ਨਾ ਅਭਿਆਸ ਸ਼ੀਟਸ ਨੂੰ ਕਰੋਗੇ ਅਤੇ ਪੰਜਾਬ ਦਾ ਜਿਹੜਾ ਕੀ ਨੰਬਰ ਹੈ 1 ਨੰਬਰ 'ਤੇ ਇਸ ਨੂੰ ਐਜੂਕੇਸ਼ਨ ਦੇ ਪੱਖੋਂ ਲੈ ਕੇ ਆਵੋਗੇ। ਠੀਕ ਹੈ ਨਾ, ਜ਼ਰੂਰੀ ਨਹੀਂ ਕਿ ਅਧਿਆਪਕ ਦਾ ਹੋਣਾ ਕੋਲੇ ਜ਼ਰੂਰੀ ਹੈ। ਤੁਹਾਨੂੰ ਖੁਦ ਵੀ ਪਤਾ ਹੈ ਕਿ ਸਮਾਂ ਬਹੁਤ ਕੀਮਤੀ ਹੈ, ਅਸੀਂ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਹੈ। ਠੀਕ ਹੈ ਬੱਚੋ, ਹੁਣ ਦੇਖੋ ਆਪਾਂ ਪਹਿਲਾ ਸਾਡਾ ਵਿਸ਼ਾ ਹੈਗਾ ਪੰਜਾਬੀ ਅਤੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਪੜ੍ਹਨਾ ਹੈ। ਹਾਂਜੀ, ਇੱਕ ਪਿੰਡ ਵਿੱਚ ਘੁਮਿਆਰ ਰਹਿੰਦਾ ਸੀ। ਘੁਮਿਆਰ ਕੌਣ ਹੁੰਦਾ ਬੱਚਿਓ? ਜੋ ਕਿ ਮਿੱਟੀ ਦੇ ਭਾਂਡੇ ਬਣਾਉਂਦਾ ਹੈ ਨਾ। ਉਸਦਾ ਇੱਕ ਲੜਕਾ ਸੀ ਜਿਸ ਦਾ ਨਾਮ ਸਿਮਰਨ ਸੀ। ਉਸਦੇ ਘਰ ਦੇ ਨੇੜੇ ਉਸਦਾ ਬਾੜਾ ਸੀ। ਬਾੜਾ ਉਹ ਹੁੰਦਾ ਜਿੱਥੇ ਪਸ਼ੂ ਵਗੈਰਾ ਜਿਵੇਂ ਭੇਡਾਂ, ਬੱਕਰੀਆਂ ਜਾਂ ਗਊਆਂ, ਮੱਝਾਂ ਨੂੰ ਰੱਖਿਆ ਜਾਂਦਾ ਹੈ। ਇਹ ਉਹ ਥਾਂ ਹੁੰਦੀ ਹੈ ਜਿੱਥੇ ਪਸ਼ੂ ਰੱਖੇ ਜਾਂਦੇ ਹਨ। ਬਾੜੇ ਦੇ ਅੰਦਰ ਜਾਣ ਅਤੇ ਬਾਹਰ ਆਉਣ ਲਈ ਇੱਕ ਰਾਹ ਸੀ। ਘੁਮਿਆਰ ਨੇ ਇੱਕ ਖੋਤਾ ਰੱਖਿਆ ਹੋਇਆ ਸੀ। ਤੁਸੀਂ ਜਾਣਦੇ ਹੋ ਕਿ ਖੋਤਾ ਹਿਣਕਦਾ ਹੈ, ਕੁੱਤਾ ਭੌਂਕਦਾ ਹੈ ਅਤੇ ਗਊ ਰੰਭਦੀ ਹੈ। ਜਦੋਂ ਸਿਮਰਨ ਬੈਠਦਾ ਤਾਂ ਖੋਤਾ ਹਿਣਕਣ ਲੱਗ ਜਾਂਦਾ। ਖੋਤਾ ਬੱਚੋ ਗਧੇ ਨੂੰ ਕਹਿੰਦੇ ਨੇ। ਠੀਕ ਹੈ, ਜਿਸ ਨਾਲ ਸਿਮਰਨ ਦੀ ਪੜ੍ਹਾਈ 'ਤੇ ਧਿਆਨ ਭਟਕ ਜਾਂਦਾ, ਭਾਵ ਉਸਦਾ ਪੜ੍ਹਾਈ ਦੇ ਵਿੱਚ ਧਿਆਨ ਨਾ ਲੱਗਦਾ। ਉਹ ਸੋਚਦਾ ਕਿ ਹੁਣ ਕੀ ਕੀਤਾ ਜਾਵੇ। ਉਸ ਪੜ੍ਹਨ ਲਈ ਹੋਰ ਕੋਈ ਥਾਂ ਨਹੀਂ ਸੀ। ਉਸਦੇ ਮਨ ਵਿੱਚ ਆਇਆ ਕਿ ਖੋਤਾ ਕੁਝ ਕਹਿਣਾ ਚਾਹੁੰਦਾ ਹੈ। ਹਾਂਜੀ ਬੱਚਿਓ, ਖੋਤਾ ਕੁਝ ਕਹਿ ਸਕਦਾ ਹੈ। ਹੋ ਸਕਦਾ ਹੈ ਖੋਤਾ ਕੀ ਇਹਨਾਂ ਦੇ ਵਿੱਚ ਭਾਵਨਾਵਾਂ ਹੁੰਦੀਆਂ ਨੇ ਹੈ ਨਾ, ਇਹ ਵੀ ਕੁਝ ਤਾਂ ਸਮਝਦੇ ਨੇ ਨਾ। ਹੋ ਸਕਦਾ ਖੋਤਾ ਬਾਕੀ ਕੁਝ ਕਹਿਣਾ ਚਾਹੁੰਦਾ ਹੋਵੇ। ਅਤੇ ਹੁਣ ਅਸੀਂ ਕੀ ਕਰਨਾ ਬੱਚਿਓ, ਪ੍ਰਸ਼ਨਾਂ ਦੇ ਉੱਤਰ ਦੇਣੇ ਹਨ ਹੈ ਨਾ। ਪਹਿਲਾਂ ਅਸੀਂ ਪ੍ਰਸ਼ਨ ਚੰਗੀ ਤਰ੍ਹਾਂ ਸਮਝਣਾ ਹੈ। ਪਹਿਲਾ ਪ੍ਰਸ਼ਨ ਹੈ, ਘੁਮਿਆਰ ਦੇ ਬਾੜੇ ਵਿੱਚ ਕਿਹੜਾ ਪਸ਼ੂ ਸੀ? ਗਾਂ ਵੀ ਸੀ, ਖੋਤਾ ਵੀ ਸੀ, ਘੋੜਾ ਵੀ ਸੀ। ਠੀਕ ਹੈ ਬੱਚੋ, ਹਿਰਨ। ਘੋੜਾ ਹੈਗਾ ਸੀ? ਨਹੀਂ ਹੈਗਾ ਸੀ। ਗਾਂ ਹੈਗੀ ਸੀ ਨਾ। ਦੇਖੋ ਤਾਂ ਕੀ ਹੈ, ਜ਼ਿਆਦਾ ਕੀ ਹੈ, ਕੁੱਤਾ ਭੌਂਕਦਾ ਹੈ। ਇੱਕ ਖੋਤਾ ਰੱਖਿਆ ਹੋਇਆ ਸੀ। ਇੱਥੇ ਕਿਹੜਾ ਪਸ਼ੂ ਸੀ ਬੱਚੋ? ਖੋਤਾ। ਘੁਮਿਆਰ ਦੇ ਬਾੜੇ ਵਿੱਚ ਕਿਹੜਾ ਪਸ਼ੂ ਸੀ? ਖੋਤਾ ਸੀ। ਐੜਾ ਉੱਤਰ ਬਿਲਕੁਲ ਸਹੀ ਹੈ। ਦੂਸਰਾ ਪ੍ਰਸ਼ਨ, ਕਿਸ ਦੀ ਆਵਾਜ਼ ਨਾਲ ਸਿਮਰਨ ਦੀ ਪੜ੍ਹਾਈ ਤੋਂ ਧਿਆਨ ਭਟਕਦਾ ਸੀ? ਹਾਂਜੀ, ਕੁੱਤੇ ਦੀ, ਖੋਤੇ ਦੀ। ਹਾਂਜੀ ਬੱਚੋ, ਕਾਸ ਦੀ ਆਵਾਜ਼ ਤੋਂ? ਖੋਤੇ ਦੀ। ਜਦੋਂ ਖੋਤਾ ਹਿਣਕਦਾ ਸੀ ਤਾਂ ਸਿਮਰਨ ਦਾ ਧਿਆਨ ਕੀ ਹੈ ਵੀ ਖੋਤੇ ਦੀ ਆਵਾਜ਼ ਵੱਲ ਚਲਾ ਜਾਂਦਾ ਤਾਂ ਉਸਦਾ ਪੜ੍ਹਾਈ ਦੇ ਵਿੱਚ ਮਨ ਨਾ ਲੱਗਦਾ, ਭਾਵ ਭਟਕ ਜਾਂਦਾ। ਬਾੜੇ ਦਾ ਕੀ ਅਰਥ ਹੈ? ਬਾੜੇ ਦਾ ਅਰਥ ਹੈ ਬੱਚੋ ਜਿੱਥੇ ਪਸ਼ੂਆਂ ਦੇ ਰਹਿਣ ਦੀ ਥਾਂ ਹੋਵੇ। ਐੜਾ ਉੱਤਰ ਬਿਲਕੁਲ ਸਹੀ ਹੈ ਨਾ। ਇਸ ਦਾ ਵੀ ਐੜਾ ਉੱਤਰ, ਇਸ ਦਾ ਵੀ ਐੜਾ ਉੱਤਰ। ਹੋ ਸਕਦਾ ਪੇਪਰਾਂ ਦੇ ਵਿੱਚ ਤੁਹਾਨੂੰ ਬਦਲ ਕੇ ਆਵੇ, ਜ਼ਰੂਰੀ ਨਹੀਂ ਵੀ ਐੜਾ ਆਵੇਗਾ। ਤੁਸੀਂ ਪਹਿਲਾਂ ਚੰਗੀ ਤਰ੍ਹਾਂ ਪ੍ਰਸ਼ਨਾਂ ਨੂੰ ਸਮਝਣਾ ਹੈ। ਚੌਥਾ ਵਾਕ ਪੂਰਾ ਕਰੋ। ਸਿਮਰਨ ਦੇ ਮਨ ਵਿੱਚ ਆਇਆ ਕਿ ਖੋਤਾ ਕੁਝ ਕਹਿਣਾ ਹਾਂਜੀ ਚਾਹੁੰਦੀ ਹੈ, ਨਹੀਂ ਤਾਂ ਖੋਤੀ ਹੋਣੀ ਸੀ। ਚਾਹੁੰਦੇ ਹਨ ਤਾਂ ਜ਼ਿਆਦਾ ਖੋਤੇ ਹੋਣੇ ਸੀ। ਚਾਹੁੰਦੀਆਂ ਹਨ ਜ਼ਿਆਦਾ ਖੋਤੀਆਂ ਹੋਣੀਆਂ ਸੀ। ਤਾਂ ਚਾਹੁੰਦਾ ਹੈ, ਇੱਥੇ ਕੀ ਹੈਗਾ ਬੱਚੇ? ਚਾਹੁੰਦਾ ਹੈ, ਇਕੱਲਾ ਹੈ ਤਾਂ ਚਾਹੁੰਦਾ ਹੈ ਆ ਜਾਊਗਾ। ਸੱਸਾ ਉੱਤਰ ਸਹੀ ਹੈ। ਪੰਜਵਾਂ ਪ੍ਰਸ਼ਨ, ਪਹਿਰੇ ਵਿੱਚ ਆਏ ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਨਾਮ ਨਹੀਂ ਹੈ? ਨਾਮ ਤੁਹਾਨੂੰ ਪਤਾ ਹੈ ਨਾ, ਜੋ ਕਿਸੇ ਦੇ ਨਾਂ ਲੈਣ ਦੇ ਲਈ ਵਰਤਿਆ ਜਾਵੇ। ਖੋਤਾ ਨਾਮ ਹੈ, ਸਹੀ ਹੈ। ਸਿਮਰਨ ਵੀ ਨਾਮ ਹੈ ਅਤੇ ਗਊ ਵੀ ਨਾਮ ਹੈ, ਪਰ ਬੱਚੋ ਨੇੜੇ ਨਾਮ ਨਹੀਂ ਹੈ। ਇਹ ਕੀ ਹੈ ਵੀ? ਨੇੜੇ ਨਹੀਂ ਹੈ, ਨੇੜੇ ਨਾਮ ਨਹੀਂ ਹੈ। ਤਾਂ ਇਸ ਕਰਕੇ ਈੜੀ ਉੱਤਰ ਸਹੀ ਹੈ। ਨੇੜੇ ਕਿਸੇ ਵਸਤੂ ਦਾ ਨਾਮ ਨਹੀਂ ਹੈ, ਇਹ ਇੱਕ ਇਸ਼ਾਰਾ ਹੈ ਵੀ ਨੇੜੇ ਦੂਰ। ਅੱਗੇ ਦੇਖੋ ਵਿਸ਼ਾ ਆ ਗਿਆ ਗਣਿਤ। ਹਾਂਜੀ, ਪਹਿਲਾ ਪ੍ਰਸ਼ਨ, ਹੇਠ ਦਿੱਤੀਆਂ ਆਕ੍ਰਿਤੀਆਂ ਵਿੱਚੋਂ ਕਿਹੜੀ ਆਕ੍ਰਿਤੀ ਦੋ ਪਸਾਰੀ ਹੈ? ਹਾਂਜੀ ਦੇਖੋ ਬੱਚਿਓ, 2 ਡਿਮੈਂਸ਼ਨਲ 3 ਡਿਮੈਂਸ਼ਨਲ ਕਿਹੜੇ ਹੁੰਦੇ ਨੇ? ਜਿਹਦੀ ਲੰਬਾਈ ਚੌੜਾਈ ਉਚਾਈ ਹੋਵੇ ਉਹ 3 ਹੁੰਦੇ ਨੇ। ਜਿਹਦੀ ਇਕੱਲੀ ਲੰਬਾਈ ਚੌੜਾਈ ਹੋਵੇ ਉਹ ਹੁੰਦੇ ਨੇ ਆਕ੍ਰਿਤੀ ਦੋ ਪਸਾਰੀ।
ਤਾਂ ਬੱਚਿਓ ਈਡੀ ਉੱਤਰ ਬਿਲਕੁਲ ਸਹੀ ਹੈ, ਕਿਉਂਕਿ ਇਹਦੀ ਕੀ ਹੈ, ਲੰਬਾਈ ਤੇ ਚੌੜਾਈ ਹੈ। ਠੀਕ ਹੈ ਜੀ, ਲੰਬਾਈ ਚੌੜਾਈ ਉਚਾਈ ਹੈ। ਇਸ ਦਾ ਵੀ ਘਣ ਕੱਢ ਸਕਦੇ ਹਾਂ ਆਪਾਂ। ਇਹਦਾ ਵੀ ਘਣ ਹੈਗਾ ਸਿਲੰਡਰ ਦਾ, ਪਰ ਇਹਦੇ ਕੀ ਆਪਾਂ ਖੇਤਰਫਲ ਕੱਢਾਂਗੇ, ਲੰਬਾਈ ਗੁਣਾ ਚੌੜਾਈ। ਇਸ ਕਰਕੇ 2 ਪਸਾਰੀ ਹੈ ਕਿ ਇਹ ਵੀ ਈਡੀ ਉੱਤਰ ਬਿਲਕੁਲ ਸਹੀ ਹੈ। ਪ੍ਰਸ਼ਨ ਦੂਸਰਾ, ਹੇਠਾਂ ਦਿੱਤੀਆਂ ਵਸਤੂਆਂ ਨੂੰ ਉਹਨਾਂ ਦੇ ਭਾਰ ਅਨੁਸਾਰ ਘਟਦੇ ਕ੍ਰਮ ਵਿੱਚ ਲਿਖੋ। ਘਟਦਾ ਤੁਹਾਨੂੰ ਪਤਾ ਨਾ, ਸਭ ਤੋਂ ਪਹਿਲਾਂ ਆਪਾਂ ਵੱਧ ਲਿਖਾਂਗੇ, ਫਿਰ ਉਸ ਤੋਂ ਘੱਟ, ਫਿਰ ਉਸ ਤੋਂ ਘੱਟ, ਫਿਰ ਉਸ ਤੋਂ ਘੱਟ। ਦੇਖੋ ਬੱਚੇ, ਹੈਗਾ 2 ਕਿਲੋ 300 ਗ੍ਰਾਮ, ਇਹ 15 ਕਿਲੋਗ੍ਰਾਮ ਹੈ, ਇਹ 1 ਕਿਲੋ 700 ਗ੍ਰਾਮ ਹੈ, ਇਹ 10 ਕਿਲੋਗ੍ਰਾਮ ਹੈ। ਤਾਂ ਅਸੀਂ ਕੀ ਕਰਾਂਗੇ, ਸਭ ਤੋਂ ਪਹਿਲਾਂ ਵੱਡੀ ਰਕਮ ਲਿਖਾਂਗੇ, ਜਿਹੜੀ ਹੈ ਵੀ 15 ਕਿਲੋਗ੍ਰਾਮ ਲਿਖਾਂਗੇ। 15 ਤੋਂ ਬਾਅਦ ਅਸੀਂ 10 ਕਿਲੋਗ੍ਰਾਮ ਲਿਖਾਂਗੇ, ਫਿਰ ਅਸੀਂ 2 ਕਿਲੋ 300 ਗ੍ਰਾਮ ਲਿਖਾਂਗੇ, ਅਤੇ ਫਿਰ ਅਸੀਂ ਕਰਾਂਗੇ 1 ਕਿਲੋ 700 ਗ੍ਰਾਮ ਵਾਲਾ ਕੀ ਹੈ ਵੀ ਭਾਰ ਲਿਖਾਂਗੇ। ਹੁਣ ਆਪਾਂ ਦੇਖਦੇ ਹਾਂ, ਹਾਂਜੀ, ਕਿਹੜਾ ਸਭ ਤੋਂ ਪਹਿਲਾਂ ਆਉਣਾ ਚਾਹੀਦੇ ਨੇ, ਚਾਵਲ। ਠੀਕ ਹੈ ਬੱਚੋ, ਚਾਵਲ ਆ ਗਿਆ ਹੈ ਨਾ। ਚਾਵਲ ਤੋਂ ਬਾਅਦ ਆਟਾ ਆ ਗਿਆ। ਠੀਕ ਹੈ, ਆਟਾ 10 ਕਿਲੋਗ੍ਰਾਮ ਹੈ। ਕ੍ਰਿਕਟ ਬੈਚ ਦਾ ਕਿੰਨਾ ਮੁੱਲ ਹੈ ਬੈਟ ਦਾ, 2 ਕਿਲੋ 300 ਗ੍ਰਾਮ। ਫਿਰ ਉਸ ਤੋਂ ਬਾਅਦ ਬੱਚੇ ਸਭ ਤੋਂ ਘੱਟ ਕੀ ਹੈ, ਬਸਤਾ 1 ਕਿਲੋ 700 ਗ੍ਰਾਮ। ਤਾਂ ਈਡੀ ਉੱਤਰ ਬਿਲਕੁਲ ਸਹੀ ਹੈ। ਠੀਕ ਹੈ ਨਾ, ਇੱਥੇ ਉਲਟ ਹੋ ਗਿਆ, ਆਟਾ ਪਹਿਲਾਂ 10 ਹੋ ਗਿਆ, ਚਾਵਲ 15 ਹੋ ਗਿਆ, ਬਿਲਕੁਲ ਗਲਤ ਹੈ। ਇੱਥੇ ਘਟ ਗਿਆ, ਇੱਥੇ ਵੀ ਬੱਚੋ ਪਹਿਲਾਂ ਚਾਵਲ ਠੀਕ ਹੈ, ਆਟਾ ਵੀ ਠੀਕ ਹੈ, ਪਰ ਇੱਥੇ ਕੀ ਆ ਗਿਆ, ਇੱਥੇ ਕ੍ਰਿਕਟ ਦੀ ਜਗ੍ਹਾ ਬਸਤਾ ਆ ਗਿਆ, ਕਿਉਂਕਿ ਗਲਤ ਹੈ। ਤਾਂ ਸਾਡਾ ਈਡੀ ਉੱਤਰ ਬਿਲਕੁਲ ਸਹੀ ਹੈ। ਇਹ ਦੇਖਣਾ ਤੁਸੀਂ ਪੇਪਰ, ਤੁਸੀਂ ਇਹ ਨਹੀਂ ਲਗਾਉਣਾ ਵੀ ਈਡੀ ਉੱਤਰ ਲਗਾਤਾ ਜੇ ਪ੍ਰਸ਼ਨ ਆ ਗਿਆ, ਪਹਿਲਾਂ ਸਮਝਣਾ, ਹੋ ਸਕਦਾ ਅੱਗੇ ਪਿੱਛੇ ਹੋਣ ਚੀਜ਼ਾਂ। ਤੀਸਰਾ ਪ੍ਰਸ਼ਨ, ਘੜੀ ਵਿੱਚ 1 ਮਿੰਟਾਂ ਵਾਲੀ ਸੂਈ 1 ਘੰਟੇ ਵਿੱਚ ਕਿੰਨੇ ਚੱਕਰ ਪੂਰੇ ਕਰਦੀ ਹੈ। ਦੇਖੋ ਬੱਚੋ, 1 ਘੰਟੇ 'ਚ 60 ਮਿੰਟ ਹੁੰਦੇ ਨੇ ਹੈ ਨਾ, ਅਤੇ 60 ਮਿੰਟਾਂ ਦਾ ਭਾਵ 1 ਘੰਟਾ ਹੁੰਦਾ। ਇਸ ਤਰ੍ਹਾਂ ਹੀ 1 ਮਿੰਟ ਦੇ ਵਿੱਚ 60 ਸਕਿੰਟ ਹੁੰਦੇ ਨੇ, ਤਾਂ 1 ਘੰਟੇ ਵਿੱਚ ਕਿੰਨੇ ਚੱਕਰ ਕੱਟੇਗੀ, ਉਹ 60 ਚੱਕਰ ਕੱਟੇਗੀ। ਠੀਕ ਹੈ ਨਾ, ਜਦੋਂ ਇੱਕ ਪੂਰਾ ਘੰਟਾ ਪੂਰਾ ਹੋਏਗਾ ਤਾਂ ਮਿੰਟਾਂ ਦੇ ਕਿੰਨੇ ਮਿੰਟ ਹੋਣਗੇ, 60। ਤਾਂ ਊੜਾ ਉੱਤਰ ਬਿਲਕੁਲ ਸਹੀ ਹੈ। ਅੱਗੇ ਦੇਖੋ, ਚੌਥਾ ਪ੍ਰਸ਼ਨ, ਨਮੂਨਾ ਪੂਰਾ ਕਰੋ। ਏ ਊੜਾ ਜੈਡ। ਦੇਖੋ ਬੱਚੋ, ਇੱਕ ਤਾਂ ਪਹਿਲਾਂ ਆਪਾਂ ਆਪਣੀ ਐਲਫਾਬੈਟ ਕੀ ਹੈ, ਲੈਟਰਸ ਦਾ ਪਹਿਲਾਂ ਇੱਕ ਸਭ ਤੋਂ ਪਹਿਲਾ ਅੱਖਰ ਲਿਆ ਲੈਟਰ, ਇੱਕ ਲਾਸਟ ਵਾਲਾ, ਅਤੇ ਇੱਧਰੋਂ ਕੀ ਹੈ, ਊੜਾ ਲਗਾਇਆ ਹੈ ਨਾ, ਊੜਾ ਐੜਾ ਦੇ ਵਿੱਚੋਂ ਵਰਮਾਲਾ ਵਿੱਚ ਊੜਾ ਲਗਾਇਆ, ਏ ਊੜਾ ਜੈਡ। ਅੱਗੇ ਦੇਖੋ, ਇੱਥੇ ਬੀ ਲਿਆ। ਠੀਕ ਹੈ, ਏ ਤੋਂ ਬਾਅਦ ਬੀ, ਅਤੇ ਜੈਡ ਤੋਂ ਪਹਿਲਾਂ ਕੀ ਹੈ 22, ਪਰ ਇੱਥੇ ਕੀ ਹੈ ਵੀ 1 ਅੱਖਰ ਦਾ ਗੈਪ ਪਾਤਾ, ਊੜਾ ਦੀ ਬਜਾਏ ਐੜਾ ਨਹੀਂ ਲਿਆ, ਈਡੀ ਲਈ ਹੈ, ਭਾਵ ਅਸੀਂ 1 ਅੱਖਰ ਛੱਡਤਾ ਵਿਚਕਾਰ ਹੈ ਨਾ। ਏ ਤੋਂ ਬਾਅਦ ਬੀ, ਜੈਡ ਤੋਂ ਪਹਿਲਾਂ 22। ਇਹ ਅੱਗੇ ਨੂੰ ਵੱਧ ਰਹੇ ਨੇ, ABCD, ਪਰ ਜੈਡ ਕੀ ਹੈ, ਪਿੱਛੇ ਨੂੰ ਵੱਧ ਰਹੇ ਨੇ, ZYX ਇੱਦਾਂ ਵੱਧ ਰਹੇ ਨੇ। ਠੀਕ ਹੈ ਨਾ, ਅਤੇ ਇਹ ਵਿਚਕਾਰਲੇ ਅੱਖਰ ਦਾ ਇੱਕ ਗੈਪ ਹੈ। ਊੜਾ ਹੈਗਾ, ਈਡੀ ਐੜਾ ਨਹੀਂ ਹੈ, ਈਡੀ ਆ ਗਈ। ਹੁਣ ਦੇਖੋ, ABC, C ਸਹੀ ਆ ਗਿਆ। ਠੀਕ ਹੈ, ਊੜਾ ਐੜਾ ਈਡੀ, ਸੱਸਾ ਫੇਰ ਛੱਡਤਾ, ਹਾਹਾ ਆ ਗਿਆ। ਹਾਂ ਬੱਚੋ ਦੇਖੋ, ZYX, ਤਾਂ ਇਹ ਕੀ ਹੈ ਵੀ ABC ਇੱਧਰਲੇ ਪਾਸਿਓਂ ਘਟ ਰਹੀ ਹੈ, ਅਤੇ ਇੱਧਰਲੇ ਪਾਸਿਓਂ ਅੱਗੇ ਵੱਧ ਰਹੀ ਹੈ। ਹਾਂ ਦੇਖੋ, ABCD, ਡੀ ਆ ਗਿਆ ਨਾ। ਅੱਗੇ ਦੇਖੋ, ਊੜਾ ਐੜਾ ਛੱਡਤਾ, ਈਡੀ ਆ ਗਈ, ਸੱਸਾ ਛੱਡਤਾ, ਹਾਹਾ ਆ ਗਿਆ, ਕੱਕਾ ਛੱਡਤਾ, ਖੱਖਾ ਆ ਗਿਆ। ਹਾਂਜੀ, ਐਕਸ ਤੋਂ ਪਹਿਲਾਂ ਕੀ ਹੁੰਦਾ ਬੱਚੋ, WXYZ ਹੈ ਨਾ। ਅਤੇ ਹੁਣ ਦੇਖੋ, ਆਪਾਂ ਦੱਸਣਾ ਵੀ ਇੱਥੇ ਕੀ ਆਏਗਾ। ਦੇਖੋ, ਇੱਕ ਤਾਂ ਸਾਨੂੰ ਪਤਾ ਡੀ ਤੋਂ ਬਾਅਦ ਈ ਆਉਣੀ ਚਾਹੀਦੀ ਹੈ ਨਾ। ਠੀਕ ਹੈ ਨਾ, ਡੀ ਤੋਂ ਬਾਅਦ ਕੀ ਹੋਣੀ ਚਾਹੀਦੀ ਹੈ, ਕਿਉਂਕਿ ABCD, ਡੀ ਤੋਂ ਬਾਅਦ ਈ ਆਏਗੀ। ਖੱਖੇ ਤੋਂ ਬਾਅਦ ਗੱਗਾ ਛੱਡ ਦਾਂਗੇ ਆਪਾਂ, ਘੱਗਾ ਆ ਜਾਏਗਾ। ਤਾਂ W ਤੋਂ ਪਹਿਲਾਂ ਕੀ ਹੁੰਦਾ, ਤੁਹਾਨੂੰ ਖੁਦ ਪਤਾ ਹੈ, W ਤੋਂ ਪਹਿਲਾਂ ਕੀ ਹੁੰਦਾ ਵੀ ਹੋਏਗਾ ਹੈ ਨਾ। ABCDEFGHIJKLMNOPQRSTUVW, STUVW, ਦੇਖੋ ਬੱਚੋ ਵੀ ਆ ਗਿਆ। ਤਾਂ ਸਾਡਾ ਕਿਹੜਾ ਐਡ ਆਪਸ਼ਨ ਬਿਲਕੁਲ ਸਹੀ ਹੈ। ਇੱਥੇ ਅਸੀਂ ਈ ਲਿਖਾਂਗੇ, ਫਿਰ ਅਸੀਂ ਗੱਗਾ ਛੱਡ ਦਾਂਗੇ, ਘੱਗਾ ਲਿਖ ਦਾਂਗੇ, ਫਿਰ ਅਸੀਂ W ਤੋਂ ਪਹਿਲਾਂ ਵੀ ਲਿਖ ਦਾਂਗੇ। ਤਾਂ ਐੜਾ ਉੱਤਰ ਬਿਲਕੁਲ ਸਹੀ ਹੈ। ਅੱਗੇ ਦੇਖੋ, 5ਵਾਂ ਪ੍ਰਸ਼ਨ, ਸਕੂਲ ਵਿੱਚ ਵਣ ਮਹਾਉਤਸਵ ਵਾਲੇ ਦਿਨ ਹਰੇਕ ਜਮਾਤ ਦੇ ਬੱਚਿਆਂ ਦੁਆਰਾ ਬੂਟੇ ਲਗਾਏ ਗਏ ਹਨ। ਹਾਂਜੀ ਬੱਚੋ, ਇੱਕ ਬੂਟਾ ਜਿਹੜਾ 5 ਬੂਟਿਆਂ ਨੂੰ ਸ਼ੋਅ ਕਰ ਰਿਹਾ ਹੈ,
क्योंकि इत्थे कापी ते इन्ना की है भी इत्थे लिखाने आपां नूं बड़े मुश्किल ने, तो आपां एक बूटे नूं भाव 5 बूटिਆਂ ਦੇ बराबर समझना है। तो हुण असीं देखना है जमातां ने इधर लगाए गए बूटे ने। पहली जमात के बच्चे ने किन्ने लगाए बच्चों? 1 2 3 4 5 6। असीं एक बूटे नूं 5 ਦੇ बराबर समझना है। तो किन्ना हो गया बच्चों? 6 5 30। तो पहली ने किन्ने लगाए? 30, क्योंकि एक बूटे की कीमत 5 रुपए है, भाव 5 बूटिਆਂ ਦੇ बराबर है। 5 10 15 20 25 30। पहली ने किन्ने बूटे लगाए? 30 बूटे। अगे दूसरी क्लास ने बच्चों किन्ने लगाए? 5 10 15 20 25। तो दूसरी क्लास ने किन्ने लगाए? 25 बूटे। तीसरी ने किन्ने लगाए? 5 10 15 20। तीसरी ने 20 बूटे लगाए। तो चौथी ने किन्ने लगाए बच्चों? 5 10 15 20 25 30। तो चौथी ने 30 बूटे लगाए। अगे पंजवीं ने देखो जी किन्ने बूटे लगाए ने? 5 10 15 20 25 30 35 40। हुण असीं देखना सब दा याद रखना है। पंजवीं ने किन्ने लगाए ने? 40। किहड़ी जमात के बच्चों ने सब तो वध बूटे लगाए? सानूं पता लग गया बच्चों पंजवीं क्लास ने सब तो वध बूटे लगाए 40 बूटे। तो ऐड़ा उत्तर पंजवीं बिल्कुल सही उत्तर है। अगे देखो इंग्लिश आ गया। पहला आपां पैरां नूं चंगी तरह की है ट्रांसलेशन करनी है, पढ़ना है, समझना है। हाँ जी, सब्जैक्ट इंग्लिश शुरू हो गया। वंस ए लायन वाज स्लीपिंग अंडर ए ट्री। एक बार एक शेर दरख्त के नीचे सौ रहा सी। सडनली अचानक ए माउस केम देयर। अचानक एक चूहा उत्थे आया। एंड स्टार्टड जंपिंग ओवर हिज बॉडी। तो अचानक वो की है भी उसके शरीर ते कुदन लग्या, जंप मारन लग्या है ना, उछल कुदन लग्या। किहदे भी बच्चों? लायन दे है ना। द लायन वोक अप एंड गॉट एंग्री। हाँ जी, तो सारी की आप सैकेंड फॉर्म वर्ब दी पास्ट फॉर्म दे विच कर रहे हैं आप। वेक वोक वोकन, ठीक है भी। तो कि गैट गॉट इत्थे आ गया ना, इस करके आप सारे काम केम वर्ब दी सैकेंड फॉर्म दे विच, क्योंकि पास्ट है, बीते हुए समय की गल कर रहे हैं आप। द लायन वोक अप एंड गॉट एंग्री। लायन जाग पिया अते गुस्से होया। ही काट द माउस। हाँ जी, कैच का बन गया काट। काट द माउस इन हिज पा। पा होंदे बच्चों पंजे, पास। उसने की है भी गुस्से दे विच चूहे नूं अपने पंजे दे विच पकड़ लिया। द माउस सैड। चूहे ने कहा, ओ किंग ऑफ फॉरेस्ट। ओ जंगल दे राजा। ओ किंग ऑफ फॉरेस्ट। ओ जंगल दे राजा। प्लीज़ लैट मी गो। कृपा करके मैनू जान दे। आई विल हैल्प यू वन डे। मैं भी तेरी किसी दिन मदद करांगा। आई विल हैल्प यू वन डे। मैं भी तेरी किसी दिन मदद करांगा। द लायन का लाफ्ड। हाँ जी, लाफ होंदा लाफ, लाफड की है भी जो शेर है हस्या। एंड टुक पिटी ऑन हिम। टुक पिटी होंदा बच्चों तरस आना, तरस हो जाना। द लायन लाफड। हाँ जी, शेर हस्या। एंड टुक पिटी ऑन हिम अते उस उत्ते तरस आ गया, भाव उन्होंने छड्ड दिता है ना। हाँ जी, फर्स्ट प्रश्न देखो। क्वेश्चन, हु वाज स्लीपिंग अंडर ए ट्री। दरख्त के नीचे कौन सो रहा सी बच्चों? लायन है ना। बी पार्ट बिल्कुल सही है, लायन सो रहा सी। अगे, वट वाज द माउस डूइंग। माउस की कर रहा सी? स्लीपिंग नो, सो रहा सी नहीं। जंपिंग, हाँ जी, की कर रहा सी? वो जंपिंग कर रहा सी, कहते उपर माउस की है लाइन के उपर टप रहा सी, कूद रहा सी, है ना। बी आंसर बिल्कुल सही है। अगे थर्ड क्वेश्चन, आई विल हैल्प यू वन डे। हेयर आई स्टैंड फॉर। हाँ जी, किने कहा कि मैं तो एक दिन मदद करांगा? किने कहा बच्चे? माउस ने कहा ना। ਇਹਦਾ मतलब भी आई किहदे ਲਈ ਕਿਹਾ ਗਿਆ? आई स्टैंड्स फॉर किस ਲਈ है आई? आई पाल किहदे ਲਈ है बच्चे? माउस ਲਈ। माउस ने कहा चूहे ने, आई विल हैल्प यू वन डे। मैं तेरी एक दिन मदद करांगा। तो इस करके आई किहदे ਲਈ ਵਰਤਿਆ ਗਿਆ ਇੱਥੇ? माउस ਦੇ ਲਈ ਵਰਤਿਆ ਗਿਆ भी माउस ने कहा। फोर्थ क्वेश्चन, इफ लायन इज टू लायंस माउस विल भी। हाँ जी बच्चों, जो लायन का प्लूरल लायंस है, ठीक है, तो माउस का की होएगा?
ਬੱਚੋ ਮਾਊਸਜ ਨਹੀਂ ਹੁੰਦਾ, ਮਾਊਸ ਦਾ ਮਾਈਸ ਹੁੰਦਾ ਹੈ। ਤਾਂ ਬੀ ਉੱਤਰ ਬਿਲਕੁਲ ਸਹੀ ਹੈ। ਮਾਊਸਜ ਨਹੀਂ ਲਿਖਣਾ, ਮਾਊਸ ਦਾ ਮਾਈਸ ਹੁੰਦਾ ਹੈ। ਠੀਕ ਹੈ, ਮਾਊਸ ਦਾ ਮਾਈਸ, ਬਹੁਤੇ ਚੂਹੇ, ਇੱਕ ਚੂਹਾ ਬਹੁਤੇ ਚੂਹੇ, ਮਾਈਸ। ਅੱਗੇ ਦੇਖੋ 5th ਕੁਐਸਚਨ, ਚੂਜ਼ ਦਾ ਪ੍ਰੋਨਾउन ਇਨ ਦਾ ਗਿਵਨ ਸੈਂਟੈਂਸ। ਹਾਂਜੀ, ਨੀਚੇ ਵਾਲੇ ਸੈਂਟੈਂਸ ਵਿੱਚ ਪ੍ਰੋਨਾउਨ ਦੱਸਣਾ, ਤੁਹਾਨੂੰ ਦੱਸਿਆ ਹੋਇਆ ਪ੍ਰੋਨਾउन ਕੀ ਹੈ। ਹਾਂਜੀ, ਕਿੱਥੇ ਵਰਤਿਆ ਜਾਂਦਾ ਹੈ, ਇਨ ਪਲੇਸ ਆਫ ਨਾउन। ਪਲੀਜ਼ ਲੈਟ ਮੀ, ਹਾਂਜੀ ਬੱਚਿਓ ਕਿਹਨੇ ਕਿਹਾ, ਚੂਹੇ ਨੇ ਕਿਹਾ। ਪਲੀਜ਼ ਲੈਟ ਮੀ ਗੋ, ਕਿਰਪਾ ਕਰਕੇ ਮੈਨੂੰ ਜਾਣ ਦਿਓ, ਕਿਹਨੇ ਕਿਹਾ ਹੈ, ਚੂਹੇ ਨੇ ਕਿਹਾ। ਠੀਕ ਹੈ ਨਾ। ਤਾਂ ਇਹ ਕੀ ਹੈ, ਮੀ ਕੀ ਹੈ, ਪ੍ਰੋਨਾउन है। सो सी आंसर की भी राइट है। मी इज़ अ प्रोनाउन, मी की है प्रोनाउन है। अगे देखो बच्चों हिंदी का आ गया अपने को सबजैक्ट, हिंदी शुरू हो गया। ये 3rd ਲਈ नहीं हैगा, 4th 5th ਲਈ है। 3rd ने इसनों करने की कोई ज़रूरत नहीं, क्योंकि उन्होंने हजे हिंदी लैंग्वेज नहीं लगी है ना। देखो, इस धरती पर सबसे मूल्यवान वस्तु अगर कोई है तो वह है समय। हाँ जी बच्चों, मैं तुहानूं रोज़ कहनी है कि समा बहुत कीमती है। ਜਿਹੜੇ ਬੱਚੇ ਇਸ ਦਾ ਸਹੀ ਉਪਯੋਗ ਨਹੀਂ ਕਰ ਰਹੇ, ਉਹ ਅੱਗੇ ਜਾ ਕੇ ਬਹੁਤ ਬਹੁਤ ਪਛਤਾਉਣਗੇ। ਠੀਕ ਹੈ, ਜ਼ਰੂਰੀ ਨਹੀਂ ਹੁੰਦਾ ਕਿਸੇ ਟੀਚਰ ਦੇ ਡਰ ਨਾਲ ਜਾਂ ਆਪਣੇ ਮੰਮੀ ਪਾਪਾ ਦੇ ਡਰ ਨਾਲ ਹੀ ਪੜ੍ਹਨਾ ਹੁੰਦਾ ਹੈ। ਜਿਹੜੇ ਬੱਚੇ ਸਿਆਣੇ ਨੇ ਉਹ ਕਿਸੇ ਦੇ ਡਰ ਨਾਲ ਨਹੀਂ, ਖੁਦ ਆਪਣੇ ਸਮਝ ਦੇ ਨਾਲ ਉਹ ਕੰਮ सही करते हैं। धरती पर अधिकांश वस्तुओं को घटाया या बढ़ाया जा सकता है, परंतु समय के एक पल भी हमारा कोई नियंत्रण नहीं है। हाँ जी बच्चों, की मतलब है ਕਹਿੰਦੇ ਆਪਾਂ ਸਮੇਂ ਨੂੰ ਵੱਧ ਘਟਾ ਸਕਦੇ ਹਾਂ, ਹੈ ਨਾ। ਕੀ ਹੈ, ਹੋਰ ਵਸਤੂਆਂ ਲੈ ਸਕਦੇ ਹਾਂ, ਵੱਧ ਕਰ ਸਕਦੇ ਹਾਂ, ਘੱਟ ਕਰ ਸਕਦੇ ਹਾਂ, ਪਰ ਸਮਾਂ ਕੀ ਹੈ, ਇਹ 'ਤੇ ਕੋਈ ਨਿਯੰਤਰਣ नहीं, इसनों ਅਸੀਂ ਵਧਾ ਜਾਂ घटा नहीं सकते। विद्यार्थी जीवन में इसका बहुत महत्व है, क्योंकि हमारा उद्देश्य है शिक्षा प्राप्त करना। क्योंकि हमारा उद्देश्य शिक्षा प्राप्त करना और शिक्षा समय का सदुपयोग करके ही प्राप्त की जा सकती है। हाँ जी बच्चों, विद्यार्थी जीवन का क्या महत्व है, हमारा क्या उद्देश्य है, शिक्षा लेना, प्राप्त करना, एजुकेशन प्राप्त करना। ठीक है, यदि हम समय पर शिक्षा लेंगे तो हम जिंदगी में कुछ कर पाएंगे। जो विद्यार्थी अपना बहुमूल्य समय खेल कूद, आलस्य और व्यर्थ के कामों में नष्ट करते हैं, वह शिक्षा से वंचित रह जाते हैं। हाँ जी, जो विद्यार्थी हर समय खेलते रहते हैं या सोए रहते हैं, व्यर्थ में टीवी देखते हैं, मोबाइल पर वीडियो गेम खेलते हैं, समय समय पर काम नहीं करते, वह शिक्षा से वंचित रह जाते हैं। भाव वह समय का सही उपयोग नहीं करते। ठीक है, वो आधे अनपढ़ ही रह जाते हैं और वह परीक्षा के समय हाथ पर हाथ धरे बैठे रहते हैं। हम वह कैसे देखते हैं, अगर हमें कोई नकल करवा दे हम पेपर कर लें, है ना, फिर कितना पछतावा होता है अगर पढ़ लेते, पर समय पर वो नहीं समझते। इसलिए हमारा कर्तव्य है कि हम समय का सदुपयोग करें। इसलिए हमारा फ़र्ज़ क्या है कि हम समय का सही उपयोग करें। अच्छे बच्चे हैं वो समझ जाएंगे और जो नहीं समझेंगे वो मूर्ख हैं। पहला प्रश्न है बच्चों, समय को सबसे मूल्य वस्तु क्यों कहा गया है, क्योंकि इसका एक पल भी हमारे नियंत्रण में नहीं है। दूसरा, क्योंकि समय घटाया बढ़ाया जा सकता है, बिल्कुल गलत है, क्योंकि यह बहुत पैसों से बिकता है। समय का कोई मूल्य नहीं, वह बहुमूल्य है, इनमें से कोई नहीं। बच्चों सबसे पहला, क्योंकि इसका एक पल भी हमारे नियंत्रण में नहीं रहता। हाँ जी, सूरज चढ़ता है और छिप जाता है, दिन आती है रात आता है, इसलिए हमारे पास कि अभी समय को नियंत्रण करने के लिए कुछ नहीं है, इसलिए हमें इसका सदुपयोग करना चाहिए। पहला प्रश्न बिल्कुल सही है उत्तर। दूसरा प्रश्न, हाथ पर हाथ धरे बैठे रहना का अर्थ क्या है बच्चों, हाथ धोना, कुछ काम ना होना। हाँ जी बिल्कुल सही है, कुछ काम ना होना, बेले बैठे रहना, है ना, काम ना करना। तीसरा प्रश्न है, जैसे समय का अर्थ है वक्त, उसी समय विद्यार्थी का क्या अर्थ है। हाँ जी बच्चों, गुरु छात्र, हाँ जी की बोलते आप छात्र बोल सकते हैं। सेकंड उत्तर बिल्कुल सही है। अगर गुरु होता तो हम अध्यापक बोल सकते थे, है ना। चौथा प्रश्न देखो, रिक्त स्थानों की पूर्ति करें, हमें समय का करना चाहिए,
क्या बच्चों, सदुपयोग। ठीक है, सदुपयोग की भी समय पर हमें हर काम समय पर करना चाहिए, सदुपयोग करना चाहिए। प्रश्न 5, इनमें से कौन से शब्द में संयुक्त अक्षर नहीं है? मूल्यवान, देखो बच्चों, मूल्यवान आधा ल है, विद्यार्थी में भी है, परंतु धरती में नहीं है। नष्ट भी किए संयुक्त अक्षर है, धरती संयुक्त अक्षर नहीं है। तीसरा भाग, तीसरा की भी उत्तर हमारा सही है। ਅੱਗੇ ਦੇਖੋ ਬੱਚੋ, ਸਾਡੇ ਲਈ ਕੀ ਆ ਗਿਆ? ਵਾਤਾਵਰਨ। ਇਹ ਕੀ ਹੈ? ਸਾਡਾ ਮੇਨ ਵਿਸ਼ਾ ਬਹੁਤ, ਜਿਹਦੇ ਨਾਲ ਕਿ ਸਾਡਾ ਆਲਾ ਦੁਆਲਾ ਕੀ ਅਸੀਂ ਜਿਹਦੇ ਬਾਰੇ ਜਾਣ ਪਹਿਚਾਣ ਕਰਦੇ ਹਾਂ। ਠੀਕ ਹੈ, ਅਸੀਂ ਕੀ ਕਰਦੇ ਹਾਂ ਵੀ ਹੁਣ ਵਿਸ਼ਾ ਵਾਤਾਵਰਨ ਪੜ੍ਹਨ ਲੱਗੇ ਹਾਂ। ਪਹਿਲਾ ਪ੍ਰਸ਼ਨ ਹੈਗਾ, ਜੇਕਰ ਤੁਸੀਂ ਆਪਣੇ ਦੋਸਤ ਦੇ ਕੱਦ ਦਾ ਬਿਲਕੁਲ ਠੀਕ ਮਾਪ ਲੈਣਾ ਹੋਵੇ ਤਾਂ ਖਾਲੀ ਥਾਂ ਦੀ ਵਰਤੋਂ ਸਭ ਤੋਂ ਠੀਕ ਰਹੇਗੀ। ਇੰਚੀ ਟੇਪ, ਡੰਡਾ, ਰੱਸੀ, ਉਂਗਲ। ਹਾਂਜੀ ਬੱਚੋ, ਇਹ ਕੀ ਨੇ? ਅਣਮਿਆਰੀ ਮਾਪ ਨੇ। ਇਹਨਾਂ ਨਾਲ ਸਹੀ ਮਾਪ ਅਸੀਂ ਨਹੀਂ ਰੱਖ ਸਕਦੇ, ਤਾਂ ਕਿ ਇਹ ਇੰਚੀ ਟੇਪ ਬਿਲਕੁਲ ਸਹੀ ਮਾਪ ਸਾਨੂੰ ਦੱਸ ਸਕਦਾ ਹੈ ਕਿ ਤੁਹਾਡੇ ਦੋਸਤ ਦਾ ਕੱਦ ਕਿੰਨਾ ਹੈ। ਇੱਕ ਉੱਤਰ ਬਿਲਕੁਲ ਸਹੀ ਹੈ। ਦੂਸਰਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜਾ ਜੋੜਾ ਗਲਤ ਹੈ? ਹਾਂਜੀ ਬੱਚੋ, ਕੇਲੇ ਦਾ ਫੁੱਲ ਸਬਜ਼ੀ ਹੋ ਸਕਦੀ ਹੈ, ਕੇਲੇ ਦੇ ਫੁੱਲ ਦੀ ਲੋਕ ਸਬਜ਼ੀ ਖਾਂਦੇ ਹੋਣ। ਦੂਸਰਾ, ਬਰੋਕਲੀ ਦਾ ਫੁੱਲ ਕੀ ਹੈ? ਸਲਾਦ ਹੈ। ਇਹ ਵੀ ਹੋ ਸਕਦਾ ਬੱਚੋ, ਬਰੋਕਲੀ ਦਾ ਫੁੱਲ ਸਲਾਦ ਹੁੰਦਾ, ਬਾਕੀ ਲੋਕ ਬਰੋਕਲੀ ਨੂੰ ਸਲਾਦ ਦੇ ਰੂਪ ਵਿੱਚ ਖਾਂਦੇ ਹਨ। ਗੋਭੀ ਦਾ ਫੁੱਲ ਦਵਾਈ, ਇਹ ਬੱਚੋ ਗਲਤ ਹੈਗਾ। ਗੋਭੀ ਦਾ ਫੁੱਲ ਦਵਾਈ ਨਹੀਂ ਹੁੰਦਾ, ਗੋਭੀ ਦਾ ਫੁੱਲ ਕੀ ਹੈ? ਸਬਜ਼ੀ ਹੈ। ਅੱਗੇ ਚੌਥਾ, ਗੁਲਾਬ ਦਾ ਫੁੱਲ ਇਤਰ। ਹਾਂਜੀ ਬੱਚੋ, ਗੁਲਾਬ ਤੋਂ ਕੀ ਹੈ? ਗੁਲਾਕੰਦ ਵੀ ਬਣਦਾ, ਇਤਰ ਵੀ ਬਣਦਾ, ਹੋਰ ਬਹੁਤ ਸਾਰੀਆਂ ਇਸ ਤੋਂ ਖੁਸ਼ਬੂਦਾਰ ਚੀਜ਼ਾਂ ਦੇ ਵਿੱਚ ਵਰਤਿਆ ਜਾਂਦਾ। ਇਹ ਵੀ ਠੀਕ ਹੈ, ਪਰ ਕੀ ਹੈ? ਗੋਭੀ ਦਾ ਫੁੱਲ ਦਵਾਈ ਨਹੀਂ ਹੋ ਸਕਦਾ। ਤੀਸਰਾ ਉੱਤਰ ਸਹੀ ਹੈ। ਤੀਸਰਾ ਪ੍ਰਸ਼ਨ ਦੇਖੋ, ਕੁਝ ਜਾਨਵਰ ਅਣਜਾਣ ਚੀਜ਼ਾਂ ਜਾਂ ਮਨੁੱਖਾਂ ਨੂੰ ਦੇਖਦੇ ਹੀ ਦੌੜ ਜਾਂਦੇ ਹਨ। ਇਹਨਾਂ ਜਾਨਵਰਾਂ ਨੂੰ ਕੀ ਕਿਹਾ ਜਾਂਦਾ ਹੈ? ਪਹਿਲੇ ਨੰਬਰ 1 ਸਿਆਣੇ ਜਾਨਵਰ, ਨੰਬਰ 2 ਸੋਹਣੇ ਜਾਨਵਰ, ਨੰਬਰ 3 ਸੰਕੋਚੀ ਜਾਨਵਰ, ਚੌਥੇ ਚਲਾਕ ਜਾਨਵਰ। ਕੀ ਹੈ ਬੱਚੋ? ਤੀਸਰਾ ਉੱਤਰ ਕਹਿ ਸਕਦੇ ਨਾ ਆਪਾਂ ਸੰਕੋਚੀ ਜਾਨਵਰ, ਜਿਹੜੇ ਸੰਕੋਚ ਕਰਦੇ ਨੇ, ਸ਼ਰਮਾਉਂਦੇ ਨੇ, ਭਾਵ ਹੈ ਨਾ ਅਣਜਾਣ ਚੀਜ਼ਾਂ ਨੂੰ ਦੇਖ ਕੇ ਦੌੜ ਜਾਂਦੇ ਹਨ। ਕੀ ਇਹ ਸੰਕੋਚੀ ਜਾਨਵਰ ਹੁੰਦੇ ਨੇ ਉਹ। ਅੱਗੇ ਦੇਖੋ ਚੌਥਾ ਪ੍ਰਸ਼ਨ, ਕਿਸਾਨ ਖੇਤਾਂ ਵਿੱਚ ਪੈਦਾ ਕੀਤੀਆਂ ਫਸਲਾਂ ਮੰਡੀ ਵਿੱਚ ਵੇਚ ਦਿੰਦੇ ਹਨ। ਮੰਡੀ ਤੋਂ ਇਹ ਦੁਕਾਨਾਂ 'ਤੇ ਪਹੁੰਚ ਜਾਂਦੀਆਂ ਹਨ। ਦੁਕਾਨਾਂ ਤੋਂ ਘਰ ਦੀ ਜ਼ਰੂਰਤ ਅਨੁਸਾਰ ਲੋਕ ਖਰੀਦ ਲੈਂਦੇ ਹਨ। ਇਸ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ? ਸੌਦੇਬਾਜ਼ੀ ਨੰਬਰ 1, ਨੰਬਰ 2 ਮੰਡੀਕਰਨ, ਨੰਬਰ 3 ਇੱਕ ਦੂਜੇ 'ਤੇ ਨਿਰਭਰਤਾ, ਨੰਬਰ ਚੌਥਾ ਸਮੇਂ ਦੀ ਬਰਬਾਦੀ। ਹਾਂਜੀ ਬੱਚੋ, ਆਪਾਂ ਕਹਿ ਸਕਦੇ ਹਾਂ ਇੱਕ ਦੂਜੇ ਦੀ ਨਿਰਭਰਤਾ, ਕਿਉਂਕਿ ਕਿਸਾਨਾਂ ਨੇ ਉਹ ਫਸਲਾਂ ਪੈਦਾ ਕੀਤੀਆਂ, ਫਿਰ ਉਹ ਮੰਡੀਆਂ 'ਚ ਅੱਗੇ ਗਈਆਂ, ਅੱਗੇ ਦੁਕਾਨਾਂ ਤੋਂ ਲੋਕਾਂ ਨੇ ਆਪਣੀ ਜ਼ਰੂਰਤ ਦੇ ਮੁਤਾਬਕ ਖਰੀਦ ਲਈਆਂ। ਠੀਕ ਹੈ ਨਾ। ਇਸ ਤਰ੍ਹਾਂ ਕਿ ਇਹ ਵੀ ਇੱਕ ਦੂਸਰੇ 'ਤੇ ਨਿਰਭਰ ਨੇ। ਜੇਕਰ ਉਹ ਫਸਲਾਂ ਕਿਸਾਨ ਮੰਡੀਆਂ ਵਿੱਚ ਦੇਣਗੇ ਨਹੀਂ ਤਾਂ ਅਗਲਾ ਕਿੱਥੋਂ ਖਰੀਦੇਗਾ, ਹੈ ਨਾ। ਤਾਂ ਇੱਕ ਦੂਸਰੇ 'ਤੇ ਨਿਰਭਰ ਆਪਾਂ ਨਹੀਂ ਰਹਿ ਸਕਦੇ। ਇਸ ਕਰਕੇ ਤੀਸਰਾ ਉੱਤਰ ਬਿਲਕੁਲ ਸਹੀ ਹੈ। ਹਾਂਜੀ, ਪੰਜਵਾਂ ਪ੍ਰਸ਼ਨ, ਅਸੀਂ ਚਾਵਲ ਉਬਾਲ ਕੇ ਖਾਣ ਲਈ ਤਿਆਰ ਕਰ ਲੈਂਦੇ ਹਾਂ। ਇਸ ਸੰਬੰਧੀ ਕਿਹੜਾ ਕਥਨ ਸਹੀ ਹੈ? ਚਾਵਲ ਖਾਣ ਲਈ ਪੱਕ ਜਾਂਦੇ ਹਨ, ਕੀਟਾਣੂ ਮਰ ਜਾਂਦੇ ਹਨ, ਚਾਵਲ ਨਰਮ ਹੋ ਜਾਂਦੇ ਹਨ। ਉਪਰੋਕਤ ਸਾਰੇ ਕਥਨ ਸਹੀ ਹਨ। ਹਾਂਜੀ ਬੱਚਿਓ, ਚਾਵਲ ਪੱਕ ਵੀ ਜਾਂਦੇ ਹਨ, ਨਰਮ ਵੀ ਹੋ ਜਾਂਦੇ ਹਨ, ਅਤੇ ਜੋ ਕੁਛ ਉਹਦੇ ਵਿੱਚ ਕੀ ਹੈ ਬੈਕਟੀਰੀਆ ਜੋ ਵੀ ਕੁਛ ਹੁੰਦਾ ਨਾ ਉਹ ਵੀ ਕੀ ਹੋ ਜਾਂਦਾ ਬੱਚਿਓ, ਉਬਾਲਣ ਦੇ ਕਰਕੇ ਉਹ ਮਰ ਜਾਂਦੇ ਹਨ। ਤਾਂ ਇਸ ਕਰਕੇ ਸਾਡਾ ਚੌਥਾ ਉੱਤਰ ਉਪਰੋਕਤ ਸਾਰੇ ਕਥਨ ਸਹੀ ਹਨ। ਪਰ ਬੱਚਿਓ, ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਰੇ ਬੱਚੇ ਕੀ ਕਰਦੇ ਨੇ, ਵੱਧ ਤੋਂ ਵੱਧ 1 ਜਾਂ 2 ਮਿੰਟ ਵੀਡੀਓ ਦੇਖਦੇ ਨੇ। ਕੋਈ ਤੁਸੀਂ ਵੀਡੀਓ ਦੀ ਮਿਹਨਤ ਦਾ ਮੁੱਲ ਵੀ ਨਹੀਂ ਪਾਉਂਦੇ ਬੱਚਿਓ। ਸਾਰਾ ਕਰਵਾਇਆ ਜਾਂਦਾ ਹੈ, ਪਰ ਤੁਸੀਂ, ਮੈਂ ਦੇਖਦੀ ਹਾਂ, ਮੈਨੂੰ ਪਤਾ ਲੱਗਦਾ ਵੀ ਕੋਈ ਬੱਚਾ 1 ਮਿੰਟ ਦੇਖਦਾ, ਕੋਈ 2 ਮਿੰਟ ਦੇਖਦਾ। ਚਲੋ ਬੱਚਿਓ, ਤੁਹਾਡੀ ਮਰਜ਼ੀ। ਇਸ ਤਾਂ ਕਹਿਣਾ ਤੁਹਾਡੇ ਅਧਿਆਪਕ ਤੁਹਾਨੂੰ ਅਸੀਂ ਕਹਿ ਰਹੇ ਹਾਂ ਵੀ ਪੜ੍ਹੋ, ਪਰ ਅੱਗੇ ਹੁਣ ਦੇਖੋ ਤੁਹਾਡੀ ਸਮਝ ਹੈ। ਮੈਨੂੰ ਉਮੀਦ ਹੈ ਕਿ ਮੇਰੇ ਬੱਚੇ, ਬਹੁਤ ਸਾਰੇ ਬੱਚੇ ਮੇਰੀ ਗੱਲ ਨੂੰ ਮੰਨਣਗੇ ਅਤੇ ਚੰਗੀ ਤਰ੍ਹਾਂ ਕੀ ਹੈ ਵੀ ਇਹਨਾਂ ਪੇਪਰਾਂ ਦੀ ਤਿਆਰੀ ਕਰਨਗੇ। ਓਕੇ, ਬਾਏ, ਹੈਵ ਏ ਨਾਈਸ ਡੇ। ਮਿਲਦੇ ਹਾਂ ਬੱਚਿਓ ਕੱਲ੍ਹ ਫਿਰ। ਓਕੇ।